सोनिया सोनिया ਜਿਵੇਂ ਤੁਹਾਨੂੰ ਸਮਾਰਟਫੋਨ ਮਿਲ ਦਿੱਤੇ ਗਏ ਨੇ ਸਰਕਾਰ ਵੱਲੋਂ, ਕੀ ਕਹਿਣਾ ਚਾਹੁੰਗੇ ਕਿ ਕਿੰਨੀ ਕੁ ਜ਼ਰੂਰਤ ਪੈਂਦੀ ਸੀ, ਕਿ ਕਿੰਨਾ ਧੋਖਾ ਹੁੰਦਾ ਸੀ ਤੇ ਫੋਨ ਮਿਲਣਾ ਕਿੰਨਾ ਸੌਖਾ ਹੋਊਗਾ? ਸਰਕਾਰ ਨੇ ਜਿਹੜੇ ਅੱਜ ਫੋਨ ਦਿੱਤੇ ਆ, ਬਹੁਤ ਖੁਸ਼ੀ ਦੀ ਗੱਲ ਆ ਵੀ ਇਹ ਬੱਚਿਆਂ ਨੂੰ ਫੋਨ ਦਿੱਤੇ ਆ। ਪਹਿਲਾਂ ਮੁਸ਼ਕਿਲ ਇਹ ਆਉਂਦੀ ਸੀ ਵੀ ਅਸੀਂ ਪੇਰੈਂਟਸ ਦੇ ਫੋਨ ਤੋਂ ਕੰਮ ਕਰਦੇ ਹੁੰਦੇ ਸੀ, ਮੇਰਾ ਖੁਦ ਦਾ ਨਹੀਂ ਸੀਗਾ, ਤਾਂ ਫਿਰ ਜਦੋਂ ਪਾਪਾ ਕੰਮ ਤੇ ਚਲੇ ਜਾਂਦੇ ਸੀਗੇ ਤਾਂ ਉਹਨਾਂ ਦੇ ਆਉਣ ਤੱਕ ਦੀ ਵੇਟ ਕਰਨੀ ਪੈਂਦੀ ਸੀਗੀ ਬਸ। ਪਾਪਾ ਕੀ ਕੰਮ ਕਰਦੇ ਬੇਟਾ? ਪਾਪਾ ਪਲੰਬਰ ਨੇ। ਤੇ ਲੱਗਦਾ ਸੀ ਤੁਸੀਂ ਕਰੀ ਸਮਾਰਟਫੋਨ ਤੁਹਾਨੂੰ ਮਿਲ ਸਕਦਾ ਕਿ ਨਹੀਂ? ਹੁਣ ਇਹ ਤਾਂ ਨਹੀਂ ਲੱਗ ਸਕਦਾ ਸੀਗਾ। ਜਿਵੇਂ ਸਰਕਾਰ ਨੇ 3 ਸਾਲ ਪਹਿਲਾਂ ਅਨਾਉਂਸ ਕੀਤਾ ਸੀ, 3 ਸਾਲ ਪਹਿਲਾਂ ਕਿ ਅਸੀਂ ਫੋਨ ਦੇਵਾਂਗੇ, ਤੁਹਾਨੂੰ ਲੱਗਦਾ ਸੀ ਫੋਨ ਪਹਿਲਾਂ ਨਹੀਂ ਮਿਲਣਾ ਚਾਹੀਦਾ ਸੀ? ਹਾਂ, ਪਹਿਲਾਂ ਮਿਲਣਾ ਚਾਹੀਦਾ ਸੀ ਕਿਉਂਕਿ ਸਾਡੇ 4 ਮਹੀਨੇ ਦਾ ਸਿਲੇਬਸ ਆ ਉਹ ਜਿਹੜਾ ਅੱਗੇ ਆ ਚੁੱਕਿਆ ਹੈਗਾ। ਇਹਦੇ ਨਾਲ ਕਿੰਨਾ ਕੁ ਫਾਇਦਾ ਹੋਊਗਾ ਤੁਹਾਨੂੰ ਲੱਗਦਾ ਤੁਸੀਂ ਪੜ੍ਹਾਈ ਵਿੱਚ? ਇਹਨਾਂ ਫਾਇਦਾ ਹੋਊਗਾ ਕਿਉਂਕਿ ਮੇਰੇ ਤੇ 2 ਭੈਣ ਭਰਾ ਹੋਰ ਨੇ, ਉਹਨਾਂ ਠੀਕ ਹੈ ਜੇ ਮੈਂ ਪੜ੍ਹ ਲਿਆ ਕਿ ਉਹਨਾਂ ਜੋ ਮੇਰੇ ਭੈਣ ਭਰਾ ਵੀ ਪੜ੍ਹ ਲੈਣਗੇ। ਮੇਰਾ ਨਾਮ ਮਨਪ੍ਰੀਤ ਕੌਰ, ਮੈਂ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਬਰਨਾਲਾ +2 ਦੀ ਵਿਦਿਆਰਥਣ ਹਾਂ। ਮੈਂ ਕੈਪਟਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਸਮਾਰਟਫੋਨ ਦਿੱਤੇ, ਕਿਉਂਕਿ ਸਾਨੂੰ ਸਮਾਰਟਫੋਨ ਦੀ ਬਹੁਤ ਜ਼ਰੂਰਤ ਸੀ। ਸਾਨੂੰ ਪੜ੍ਹਾਈ ਕਰਨ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ। ਸਾਡੇ ਪੇਰੈਂਟਸ ਸਾਨੂੰ ਸਾਰਾ ਦਿਨ ਮੋਬਾਈਲ ਨਹੀਂ ਦੇ ਸਕਦੇ ਸੀ, ਇਸ ਕਰਕੇ ਸਾਨੂੰ ਪੜ੍ਹਾਈ 'ਚ ਦਿੱਕਤ ਹੁੰਦੀ ਹੈ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਕਿ ਸਾਨੂੰ ਸਮਾਰਟਫੋਨ ਦਿੱਤਾ ਅਤੇ ਅਸੀਂ ਪੜ੍ਹਾਈ ਅੱਗੇ ਬਹੁਤ ਵਧੀਆ ਕਰ ਸਕੀਏ। ਬੇਟਾ ਤੁਸੀਂ ਪਹਿਲਾਂ ਕਿਵੇਂ ਪੜ੍ਹਾਈ ਕੀਤੀ ਫਿਰ? ਸਾਨੂੰ ਬਹੁਤ ਦਿੱਕਤ ਹੁੰਦੀ ਸੀ ਕਿਉਂਕਿ ਪਾਪਾ ਰਾਤ ਨੂੰ ਲੇਟ ਆਉਂਦੇ ਸੀ, ਇਸ ਕਰਕੇ ਸਾਨੂੰ ਰਾਤ ਨੂੰ ਕੰਮ ਕਰਨਾ ਪੈਂਦਾ ਸੀ। ਕਈ ਵਾਰ ਟੈਸਟ ਹੁੰਦੇ ਸੀ ਜਿਹੜੇ ਸਾਨੂੰ ਸਵੇਰੇ ਹੀ ਦੇਣੇ ਪੈਂਦੇ ਸੀ, ਪਰ ਸਾਨੂੰ ਕੰਮ ਮੋਬਾਈਲ ਨਾ ਹੋਣ ਕਰਕੇ ਰਾਤ ਨੂੰ ਹੀ ਦੇਣੇ ਪੈਂਦੇ ਪਾਪਾ ਸੀ। ਕੀ ਕੰਮ? ਕਿੰਨਾ ਕੁ ਬੈਨੀਫਿਟ ਮਿਲੂ ਇਹ ਲੱਗਦਾ ਵੀ ਜਿਹੜੇ ਫੋਨ? ਹਾਂ, ਸਾਨੂੰ ਬਹੁਤ ਬੈਨੀਫਿਟ ਮਿਲੂਗਾ ਕਿਉਂਕਿ ਅਸੀਂ ਆਪਦੀ ਔਨਲਾਈਨ ਪੜ੍ਹਾਈ ਬਹੁਤ ਵਧੀਆ ਕਰ ਸਕਦੇ ਔਰ ਸਾਨੂੰ ਜੋ ਵੀ ਜਾਣਕਾਰੀ ਇਸ ਮੋਬਾਈਲ ਵਿੱਚੋਂ ਮਿਲ ਸਕੇਗੀ। ਪਾਪਾ ਕੀ ਕਰਦੇ ਬੇਟਾ? ਮੇਰੇ ਪਾਪਾ ਦਿਹਾੜੀ ਮਜ਼ਦੂਰੀ ਕਰਦੇ ਨੇ, ਉਹ ਸਾਨੂੰ ਮੋਬਾਈਲ ਫੋਨ ਨਹੀਂ ਦਵਾ ਕੇ ਦੇ ਸਕਦੇ, ਇਸ ਲਈ ਸਾਨੂੰ ਕੈਪਟਨ ਸਾਹਿਬ ਨੇ ਮੋਬਾਈਲ ਦਿੱਤੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬੇਟਾ ਲੱਗਦਾ ਜਿਵੇਂ 3.5 ਸਾਲ ਪਹਿਲਾਂ ਕੈਪਟਨ ਸਾਹਿਬ ਨੇ ਕਿਹਾ ਸੀ ਸਮਾਰਟਫੋਨ ਦਿੱਤੇ ਜਾਣਗੇ, ਦੇਰੀ ਹੋ ਗਈ ਹੈ, ਕਿ ਦਿੱਕਤ ਦਾ ਸਾਹਮਣਾ ਕਰਨਾ ਪਿਆ ਸਾਰਿਆਂ ਨੂੰ? ਹਾਂਜੀ, ਉਹਨਾਂ ਨੇ ਵਾਅਦਾ ਕੀਤਾ ਸੀ ਪਰ ਸਾਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਪਹਿਲਾਂ ਤਾਂ ਸਾਨੂੰ ਪੜ੍ਹਾਈ ਕਰਨ ਨੂੰ ਮਿਲਦੀ ਸੀ ਸਕੂਲ 'ਚ, ਪਰ ਲਾਕਡਾਊਨ ਕਰਕੇ ਸਾਨੂੰ ਬਹੁਤ ਦਿੱਕਤ ਆਉਂਦੀ ਸੀ। ਪਰ ਫਿਰ ਵੀ ਕੈਪਟਨ ਸਾਹਿਬ ਨੇ ਵਾਅਦਾ ਆਪਦਾ ਭਾਵੇਂ 3 ਸਾਲ ਬਾਅਦ ਪੂਰਾ ਕੀਤਾ, ਪਰ ਉਹਨਾਂ ਨੇ ਸਾਨੂੰ ਵਾਅਦਾ ਬਹੁਤ ਜਲਦੀ ਪੂਰਾ ਕੀਤਾ। ਜਿਸ ਸਮੇਂ ਸਾਨੂੰ ਇਸ ਦੀ ਜ਼ਰੂਰਤ ਸੀ ਤੇ ਉਹਨਾਂ ਨੇ ਸਾਡੀ ਜ਼ਰੂਰਤ ਪੂਰੀ ਕੀਤੀ, ਇਸ ਲਈ ਅਸੀਂ ਕੈਪਟਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕੀ ਕਹਿਣਾ ਚਾਹੋਗੇ ਜਿਹੜੇ ਸਰਕਾਰ ਨੇ ਵਾਅਦਾ ਕੀਤਾ ਸੀ 3 ਸਾਲਾਂ ਬਾਅਦ ਪੂਰਾ ਕੀਤਾ ਗਿਆ? ਜੋ ਸਰਕਾਰ ਨੇ ਵਾਅਦਾ ਕੀਤਾ ਸੀ ਸਮਾਰਟਫੋਨ ਦੇਣ ਦਾ ਬੱਚਿਆਂ ਨੂੰ, ਉਹਦੀ ਇਹ ਸ਼ੁਰੂਆਤ ਹੈ। ਇਹ ਸ਼ੁਰੂਆਤ ਹੋਈ ਹੈਗੀ ਕਿ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਸੀਐਮ ਸਾਹਿਬ ਨੇ ਵੀ ਕਿਹਾ ਕਿ ਅੱਗੇ ਚੱਲ ਕੇ ਹੋਰ ਬੱਚਿਆਂ ਨੂੰ ਵੀ ਅਸੀਂ ਮੋਬਾਈਲ ਜਿਹੜੇ ਹੈਗੇ ਮੁਹੱਈਆ ਕਰਵਾਵਾਂਗੇ। ਕਿੰਨੇ ਮੋਬਾਈਲ ਦਿੱਤੇ ਗਏ ਨੇ ਮੈਡਮ ਅੱਜ ਤੇ ਅੱਗੇ ਬੱਚੇ ਨੂੰ ਕਿੰਨੇ ਹੋਰ ਜਿਹੜੇ ਦਿੱਤੇ ਜਾਣਗੇ? ਅੱਜ 3792 ਮੋਬਾਈਲ ਦਿੱਤੇ ਜਾਣਗੇ। ਜਿਹੜੇ ਟੋਟਲ ਮੋਬਾਈਲ ਹੈਗੇ ਨੇ 3792, ਉਹਨਾਂ ਵਿੱਚੋਂ 21 ਬੱਚਿਆਂ ਨੂੰ ਉਰੇ ਅਸੀਂ ਦਿੱਤੇ ਨੇਗੇ ਤੇ 6 ਬੱਚਿਆਂ ਨੂੰ ਉਧਰ ਅਸੀਂ ਅੰਦਰ सारी कुड़ियां लड़कियां ਦਿੱਤੇ ਜਾਣਗੇ ਜਾਂ लड़के भी? ये देखो आपने देखे ही होना, बच्चे भी थे लड़के भी थे, तो लड़कियां और लड़के दोनों ਨੂੰ ही ਦਿੱਤੇ ਗਏ ਨੇਗੇ मोबाइल फ़ोन। ये मुहिम आगे भी जारी रहेगी? हाँ, ये मुहिम आगे भी जारी रहेगी और सबसे बड़ी बात ये है कि इसमें जो बच्चे हैं ज़्यादातर एससी परिवारों के बच्चे हैं जिनको ज़्यादातर मोबाइल मिले हैं। ये बहुत खुशी की बात है कि जो गरीब बच्चे हैं जो नहीं अफोर्ड कर सकते अपने मोबाइल फ़ोन लेना, उन बच्चों को और बच्चियों को मोबाइल फ़ोन मिले हैं ताकि वो अपनी एजुकेशन अच्छे से हासिल कर सकें। मैम लगता नहीं भी 3.5 साल का समा बीत गया, ये देरी हुई है ये फ़ोन बनने के विच, क्योंकि विरोधी तरह भी सवाल उठाते? नहीं, देखो कोई बात नहीं, हमारा ये था कि हम लोग 5 साल के अंदर ये सब जो वादे हैं इनको पूरा कर लें। आहिस्ता आहिस्ता करके हम लोग इन वादों को सीएम साहब पूरा कर रहे हैं। जब हमारी सरकार आई थी उस टाइम आप लोगों को पता है खजाने बिल्कुल खाली थे, उनको भरने के लिए फिर आगे स्टेट का काम भी बहुत होता है, उसके लिए भी पैसा चाहिए होता है। फिर हम लोगों ने जो मैनिफेस्टो में हमारी सरकार ने वादे किए थे उनको भी पूरा करना होता है। आहिस्ता आहिस्ता करके अब एक एक स्टेप हम लोग उठा रहे हैं। जैसे पहले कर्जा माफ़ी का स्टेप उठाया गया, बच्चों को नौकरियां भी दी गई हैं, अब बच्चों को स्मार्टफोन भी दिए जा रहे हैं, तो एक एक स्टेप हम लोग बढ़ रहे हैं, तो आगे चल के इसको हम पूरा करेंगे। किस तरीके का फंक्शंस है? आज कंप्लीट फ़ोन है बिल्कुल? हाँ, फ़ोन जो है जो बच्चों को एजुकेशन के लिए चाहिए वो सारा कंप्लीट है। नेट पैक भी इंक्लूड दिया गया है बच्चों को? नेट पैक उसमें 2 GB है ना, 2 GB है।
मैं जिस तरह एक तरफ कोविड-19 चल रहा है, दूसरी जो डेंगू और मलेरिया शुरू हो गया है, परंतु शहर के 31 वार्डों में गंदगी की भरमार है और नालियों में गंदगी फैली हुई है। इसकी लाइव तस्वीर भी हम लेके आए हैं आज। ठीक है, पानी की बात करें तो रेत और मिट्टी मिक्स आ रही है। ये डीसी साहब चेक कर लेंगे म्यूनसिपैलिटी में कितना पैसा, कितना फंड पड़ा है, उसको लगा ਕੇ आप सफाई करें। ਮੈਮ ਤੁਹਾਡਾ ਡਿਪਾਰਟਮੈਂਟ ਹੈ, ਉਹਦੇ ਵਿੱਚ ਪੀਆਰਟੀ ਜਿਹੜੇ ਕਾਮੇ ਨੇ ਉਹਨਾਂ ਦੀ ਕੁਝ ਤਨਖਾਹ ਕੱਟੀ ਗਈ ਹੈ, ਉਹ ਧਰਨੇ ਪ੍ਰਦਰਸ਼ਨ ਵੀ ਕਰ ਰਹੇ ਨੇ, ਕੀ ਕਹਿਣਾ ਚਾਹੋਗੇ ਉਹਨਾਂ ਦੀ ਤਨਖਾਹ ਕਿਉਂ ਕੱਟੀ ਗਈ ਹੈ ਜੀ? तनख्वाह तो मेरी भी कट्टी गई है। ਨਹੀਂ ਉਹ ਕਿਉਂਕਿ ਉਹ ਫਰੰਟ ਲਾਈਨ ਤੇ ਕੰਮ ਕਰ ਰਹੇ ਨੇ, ਲੱਗਦਾ नहीं भी ਇਹਨਾਂ ਦੀ ਤਨਖਾਹ नहीं नहीं देखो कोई गल नहीं, ऐसा कई बारी हो जाता है, जब मुसीबत आती है तो उसमें सबको योगदान करना चाहिए, तो हम लोग भी योगदान कर रहे हैं, सब कर रहे हैं, तो वो फिक्र ना करें। अगर तनख्वाह उनकी थोड़ी बहुत काटी गई है तो आगे चल के जब माहौल ठीक होगा तो दे देंगे, अगर वो चाहेंगे हमें दे दो तो हम दे देंगे वापस। मैम प्रताप सिंह बाजवा ਦੇ ਸੰਕੇਤ ਵੱਲੋਂ ਕੈਪਟਨ ਸਾਹਿਬ ਦੀ ਜਿਹੜੀ ਫੂਮ ਵੱਧ ਰਹੀ ਹੈਗੀ, ਉਹਨਾਂ ਨੇ ਅੱਜ ਡੀਜੀਪੀ ਨੂੰ ਚਿੱਠੀ ਵੀ ਲਿਖੀ ਹੈ ਸਿਕਿਉਰਿਟੀ ਵਾਲੇ ਮਸਲੇ ਤੇ, ਉਹ ਤੇ ਕੀ ਕਹਿਣਾ ਚਾਹੁੰਦੇ? देखो मैं उस पर अभी फ़िलहाल तो कुछ नहीं कहना चाहती, लेकिन ये जो मसला है इसको अगर हाई कमांड या सीएम साहब तक ही महदूद रहता तो ज़्यादा सही था। अगर कहीं कोताही हुई है या कहीं गलतियाँ हुई हैं तो वो सीएम साहब की नॉलेज में ला दें, तो ये सीएम साहब उसको ठीक कर लेते हैं। अब ये है कि जब नुकसान हो जाता है, कई बार ऐसी चीज़ें होती हैं जब नुकसान हो जाता है वो फिर सामने आती हैं। अब नुकसान हुआ तो इसलिए वो सामने आई हैं, तो अब देखो कितनी फटाफट सारी पकड़ धकड़ चल रही है, तो वो सब कुछ इंशाल्लाह जल्दी ही ये चीज़ें ख़त्म हो जाएंगी। मैम कोविड-19 में नो डाउट कि बहुत सारे डिस्टर्ब हुए, कारोबार भी हुए, रोजगार भी हुए। एजुकेशन सेक्टर की अगर बात करें तो काफ़ी ज़्यादा एजुकेशन सेक्टर को प्रभाव पड़ा है। आने वाले समय में पंजाब सरकार कुछ इसके लिए जल्दी फैसला कर रही है या अभी इसी तरीके से? देखें एक बात सुने, ये जो अपना बीमारी है, ये बीमारी खाली हिंदुस्तान में नहीं है, पूरी दुनिया में है। पूरी दुनिया, एक वक्त ऐसा था कि पूरी दुनिया में लॉकडाउन था, पूरी दुनिया बंद थी, तो उस वक्त सबसे पहले जान बचाने की बात थी कि सबकी जानें बचाई जाएं। इसीलिए वो आज भी यही चल रहा है कि पहली बात है कि जानें बचाई जाएं, जानें बचाई जा रही हैं। ये एजुकेशन को बचाने की ही तो शुरुआत है जो हम लोग मोबाइल फ़ोन बच्चियों को दे रहे हैं। मैम ਤੁਸੀਂ ਅੱਜ ਜਿਹੜਾ ਵਾਅਦਾ ਕੀਤਾਗਾ ਪੂਰਾ ਕੀਤਾਗਾ ਸਮਾਰਟਫੋਨ ਦਾ, ਇਹਦੇ ਨਾਲ ਜਿਹੜੀ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ, ਬੇਰੁਜ਼ਗਾਰ ਜਿਹੜੀ ਆਜ਼ਾਦੀ ਜਸ਼ਨ ਨੇ ਉਹਦਾ ਬਾਈਕਾਟ ਕਰ ਰਹੇ ਨੇ, ਮੁਲਾਜ਼ਮ ਆਜ਼ਾਦੀ ਜਸ਼ਨਾਂ ਦਾ ਬਾਈਕਾਟ ਕਰ ਰਹੇ ਨੇ ਕਿ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਕਿਉਂ ਨਹੀਂ ਧਿਆਨ ਦੇ ਰਹੀ, ਤੇ ਘਰ ਘਰ ਨੌਕਰੀ ਦਾ ਵਾਅਦਾ ਕਿੰਨਾ ਕੁ ਪੂਰਾ ਕੀਤਾ ਜੀ? देखो घर घर नौकरी का वादा जिस तरह मेले लगे है ना, जॉब मेले कई बारी मेरे हल्के च भी किन्ने ही जॉब मेले लगे ने, होर जगह भी बहुत सारे जॉब मेले लगे ने, जिथे जिथे बच्चों की काबलियत के हिसाब नाल नौकरी दे सकते सी, उत्थे उत्थे सीएम साहब ने बच्चों की काबलियत के हिसाब नाल उन्होंने उत्थे ही बुला के नाल दी नाल जॉब दिती है, तो नाल दी नाल बच्चों को जॉब मिली हैगी है। तो ये वादा तो उस टाइम इस तरीके नाल पूरा हो रहा है। होर जॉब मेले लगेंगे क्योंकि ये कोविड आ गया, तो इस करके सारा कुछ बंद हो गया हैगा। होर भी असी बहुत कुछ करन जा रहे सी, पर ये कोविड की वजह के नाल सारा कुछ डिले हो गया। हम अगर सरकारी रिकॉर्ड की बात करें तो सरकारी रिकॉर्ड की संभाल सबसे अधिक जरूरी होती है, परंतु नगर कौंसिल में सरकारी रिकॉर्ड के 3 रजिस्टर ही गायब हो गए और उसको अब तक कोई नहीं पता।